ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਹੀਂ ਖੁੱਲੇਗਾ ਕੈਨੇਡਾ ਅਮਰੀਕਾ ਬਾਰਡਰ, ਜੁਲਾਈ 21 ਤੱਕ ਰਹੇਗਾ ਬੰਦ। ਹਰਜੀਤ ਸੱਜਣ ਦੇ ਹੱਕ ਦੇ ਵਿੱਚ ਆਏ ਟਰੂਡੋ, ਸੱਜਣ ਦੇ ਪੱਖ ਦੇ ਵਿੱਚ ਦਿੱਤਾ ਟਰੂਡੋ ਨੇ ਬਿਆਨ। ਓਨਟਾਰੀਓ ਕੈਬਨਿਟ ਦੇ ਵਿੱਚ ਫੇਰ ਬਦਲ, ਕੈਬਨਿਟ ਦੇ ਵਿੱਚ 3 ਪੰਜਾਬੀ ਸ਼ਾਮਿਲ। ਜਾਣੋ ਜੁਲਾਈ ਮਹੀਨੇ ਕਿਵੇਂ ਕੀਤੀ ਜਾਵੇਗੀ ਯਾਤਰਾ, ਪਾਬੰਦੀਆਂ ਦੇ ਵਿੱਚ ਰਾਹਤ ਦੀ ਯੋਜਨਾ ਆਈ ਸਾਹਮਣੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ ਸੜਕ ਹਾਦਸਾ, ਪੰਜਾਬੀ ਟਰੱਕ ਡਰਾਈਵਰ ਦੀ ਮੌਤ। ਅਲਬਰਟਾ ਦੇ ਵਿਅਕਤੀ ਤੇ ਟੀਕੇ ਦਾ ਬੁਰਾ ਪ੍ਰਭਾਵ, ਹੁਣ ਇਸ ਵੱਲੋਂ ਕੀਤੀ ਜਾ ਰਹੀ ਮੁਆਵਜ਼ੇ ਦੀ ਮੰਗ। ਕੈਨੇਡਾ ਯੂਐਸ ਬਾਰਡਰ ਦੇ ਉੱਪਰ ਜੋ ਪਾਬੰਦੀਆਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਬਾਰਡਰ ਜੁਲਾਈ 21 ਤੱਕ ਨਹੀਂ ਖੁੱਲੇਗਾ। ਸਮੇਂ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆ ਰਹੀ ਸੀ, ਜਿੱਥੇ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗ ਚੁੱਕੇ ਨੇ ਉਹਨਾਂ ਵਾਸਤੇ ਇਹ ਬਾਰਡਰ ਖੋਲ੍ਹਿਆ ਜਾ ਸਕਦਾ ਹੈ ਕੁਝ ਸ਼ਰਤਾਂ ਦੇ ਉੱਪਰ, ਪਰ ਅਜਿਹਾ ਨਹੀਂ ਹੋਇਆ। ਅੱਜ ਇਸ ਸੰਬੰਧੀ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਬਾਰਡਰ ਜਾਣੀ ਕਿ ਕੈਨੇਡਾ ਅਮਰੀਕਾ ਬਾਰਡਰ ਜੁਲਾਈ 21 ਤੱਕ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਬੰਦ ਰਹੇਗਾ। ਕੈਨੇਡਾ ਯੂਐਸ ਬਾਰਡਰ ਦੇ ਉੱਪਰ ਜੋ ਪਾਬੰਦੀਆਂ ਲੱਗੀਆਂ ਨੇ ਉਹਨਾਂ ਨੂੰ ਜੂਨ 21 ਤੱਕ ਵਧਾ ਦਿੱਤਾ ਗਿਆ ਹੈ। ਜੀ ਹਾਂ, ਹੁਣ ਜੁਲਾਈ 21 ਤੱਕ ਕੈਨੇਡਾ ਯੂਐਸ ਬਾਰਡਰ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਬੰਦ ਰਹਿਣ ਵਾਲਾ ਹੈ। ਫੈਡਰਲ ਮਿਨਿਸਟਰ ਆਫ ਪਬਲਿਕ ਸੇਫਟੀ ਬਿਲ ਬਲੇਅਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੈਨੇਡਾ ਯੂਐਸ ਬਾਰਡਰ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਬੰਦ ਰਹੇਗਾ। ਉਹਨਾਂ ਵੱਲੋਂ ਇਸ ਦਾ ਐਲਾਨ ਟਵਿੱਟਰ ਦੇ ਉੱਪਰ ਕੀਤਾ ਗਿਆ। ਆਪਣੀ ਸਟੇਟਮੈਂਟ ਦੇ ਵਿੱਚ ਬਲੇਅਰ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਕਾਰ ਵੱਲੋਂ ਫੁੱਲੀ ਵੈਕਸੀਨੇਟਿਡ ਕੈਨੇਡੀਅਨਸ, ਪਰਮਾਨੈਂਟ ਰੈਜ਼ੀਡੈਂਟਸ ਤੇ ਬਾਕੀ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਦਾਖਲੇ ਦੀ ਇਜਾਜ਼ਤ ਹੈ ਉਹਨਾਂ ਵਾਸਤੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੁਲਾਈ 21 ਨੂੰ ਇਸ ਸੰਬੰਧੀ ਬਾਕੀ ਡੀਟੇਲ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰਸ ਵੱਲੋਂ ਬਾਰਡਰ ਸੰਬੰਧੀ ਮੁਲਾਕਾਤ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਇਸ ਦੇ ਉੱਪਰ ਵਿਚਾਰ ਕੀਤਾ ਗਿਆ ਕਿ ਕੈਨੇਡਾ ਯੂਐਸ ਬਾਰਡਰ ਨੂੰ ਬੰਦ ਰੱਖਿਆ ਜਾਣਾ ਹੈ ਜਾਂ ਫਿਰ ਖੋਲ੍ਹਣਾ ਹੈ। ਜੂਨ 13 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਵੱਲੋਂ G7 ਸਮਿਟ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਬਾਰਡਰ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਗਈ, ਪਰ ਇਸ ਬਾਰਡਰ ਨੂੰ ਖੋਲ੍ਹਣ ਸੰਬੰਧੀ ਕੋਈ ਵੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਕੋਰੋਨਾ ਵਾਇਰਸ ਦੇ ਚੱਲਦਿਆਂ ਕੈਨੇਡਾ ਯੂਐਸ ਬਾਰਡਰ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਬੰਦ ਕੀਤਾ ਹੋਇਆ ਹੈ। ਹਰ ਮਹੀਨੇ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਫੈਸਲਾ ਸਾਹਮਣੇ ਆਉਂਦਾ ਹੈ ਕਿ ਇਸ ਬਾਰਡਰ ਨੂੰ ਬੰਦ ਰੱਖਿਆ ਜਾਣਾ ਹੈ ਜਾਂ ਫਿਰ ਖੋਲ੍ਹਣਾ ਹੈ। ਤੇ ਹੁਣ ਜੋ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਇਹੀ ਫੈਸਲਾ ਲਿਆ ਗਿਆ ਹੈ ਕਿ ਜੁਲਾਈ 21 ਤੱਕ ਇਹ ਬਾਰਡਰ ਬੰਦ ਰਹੇਗਾ। ਦੱਸਣਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਦੋਹਾਂ ਪਾਸਿਆਂ ਤੋਂ ਲਗਾਤਾਰ ਇਸ ਬਾਰਡਰ ਨੂੰ ਖੋਲ੍ਹਣ ਦੀ ਮੰਗ ਉੱਠ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਫੁੱਲੀ ਵੈਕਸੀਨੇਟਡ ਦੇ ਵਾਸਤੇ ਕੋਈ ਨਵਾਂ ਐਲਾਨ ਹੋ ਸਕਦਾ ਹੈ। ਹਾਊਸ ਆਫ ਕਾਮਨਸ ਦੇ ਵਿੱਚ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਖਿਲਾਫ ਮਤਾ ਪਾਸ ਕੀਤਾ ਗਿਆ, ਪਰ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਜੀਤ ਸੱਜਣ ਦੇ ਪੱਖ ਦੇ ਵਿੱਚ ਬਿਆਨ ਦਿੱਤਾ ਗਿਆ ਹੈ। ਉਹਨਾਂ ਵੱਲੋਂ ਹਰਜੀਤ ਸੱਜਣ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਬਾਰੇ ਵਿੱਚ ਤੇ ਉਹਨਾਂ ਦੇ ਪੱਖ ਦੇ ਵਿੱਚ ਬੋਲੇ ਨੇ। ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਹਰਜੀਤ ਸਿੰਘ ਸੱਜਣ ਦੇ ਖਿਲਾਫ ਮਤਾ ਪਾਸ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਜੀਤ ਸੱਜਣ ਦੇ ਪੱਖ ਦੇ ਵਿੱਚ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਹਰਜੀਤ ਸੱਜਣ ਵੱਲੋਂ ਆਪਣੀ ਪੂਰੀ ਜ਼ਿੰਦਗੀ ਕੈਨੇਡਾ ਦੇ ਲਈ ਬਿਤਾਈ ਗਈ ਹੈ, ਚਾਹੇ ਉਹ ਪੁਲਿਸ ਆਫੀਸਰ ਦੇ ਤੌਰ ਦੇ ਉੱਪਰ ਡਿਊਟੀ ਨਿਭਾਉਣਾ ਹੋਵੇ ਜਾਂ ਫਿਰ ਮਿਨਿਸਟਰ ਬਣਨ ਤੋਂ ਪਹਿਲਾਂ ਮਿਲਟਰੀ ਆਫੀਸਰ ਦੀ ਜ਼ਿੰਮੇਵਾਰੀ ਹੋਵੇ, ਉਹਨਾਂ ਵੱਲੋਂ ਬਾਖੂਬੀ ਨਿਭਾਈ ਗਈ ਹੈ। Real challenges Canadians face, the Conservative Party is playing political games. Just yesterday, they put forward a crass political attack on a man who has spent a lifetime serving his country as a police officer, as a decorated soldier who served 3 tours in Afghanistan and now serves as Minister of National Defense. I've been fortunate to know Harj for a long time. He's one of the most honest and hardworking people I've ever met. His entire career, and now as minister, he's been dedicated to transforming the culture of our military. He's working to combat sexual misconduct in the armed forces, including on expanding the Sexual Misconduct Response Center. And he will keep doing that work. We know there's still much more to be done to protect all of those who choose to serve their country, so it's unacceptable that Conservative politicians would choose to slander Minister Sajjan's reputation
instead of working with us to keep Canadians in uniform safe. ਖਬਰ ਓਨਟਾਰੀਓ ਤੋਂ ਸਾਹਮਣੇ ਆਈ ਹੈ ਜਿੱਥੇ ਕੈਬਨਿਟ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ। ਓਨਟਾਰੀਓ ਦੀ ਕੈਬਨਿਟ ਦੇ ਵਿੱਚ ਜੋ ਹੁਣ ਸ਼ਫਲਿੰਗ ਕੀਤੀ ਗਈ ਹੈ ਉਸ ਦੇ ਵਿੱਚ 3 ਪੰਜਾਬੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜੀ ਹਾਂ, ਓਨਟਾਰੀਓ ਦੀ ਕੈਬਨਿਟ ਦੇ ਵਿੱਚ 3 ਪੰਜਾਬੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ। ਓਨਟਾਰੀਓ ਦੀ ਕੈਬਨਿਟ ਦੇ ਵਿੱਚ ਰੀਸ਼ਫਲ ਹੋਇਆ ਹੈ। ਓਨਟਾਰੀਓ ਵੱਲੋਂ ਆਪਣੇ ਮੰਤਰੀ ਮੰਡਲ ਦੇ ਵਿੱਚ 3 ਪੰਜਾਬੀਆਂ ਨੂੰ ਸ਼ਾਮਿਲ ਕੀਤਾ ਗਿਆ। ਕੈਬਨਿਟ ਦੀ ਰੀਸ਼ਫਲਿੰਗ ਦੇ ਵਿੱਚ ਪਰਮ ਗਿੱਲ ਜੋ ਕਿ ਮਿਲਟਨ ਤੋਂ MPP ਹਨ, ਉਹਨਾਂ ਨੂੰ ਮਿਨਿਸਟਰ ਆਫ ਸਿਟੀਜ਼ਨਸ਼ਿਪ ਐਂਡ ਮਲਟੀਕਲਚਰਲਿਜ਼ਮ ਬਣਾਇਆ ਗਿਆ। ਇਸ ਦੇ ਨਾਲ ਹੀ ਪ੍ਰਭਮੀਤ ਸਿੰਘ ਸਰਕਾਰੀਆ ਜੋ ਕਿ ਬ੍ਰੈਂਪਟਨ ਸਾਊਥ ਤੋਂ MPP ਹਨ, ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਟ੍ਰੈਜ਼ਰੀ ਬੋਰਡ ਬਣਾਇਆ ਗਿਆ। ਮਿਸੀਸਾਗਾ ਸਟ੍ਰੀਟਸਵਿਲੇ ਤੋਂ MPP ਨੀਨਾ ਨੂੰ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਪੋਰਟਿੰਗ ਟੂ ਮਿਨਿਸਟਰ ਫੈਡਰਲੀ ਬਣਾਇਆ ਗਿਆ। ਇਸ ਰੀਸ਼ਫਲਿੰਗ ਦੇ ਵਿੱਚ 15 MPP ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਕੈਬਨਿਟ ਦੇ ਵਿੱਚ ਫੇਰ ਬਦਲ ਦਾ ਐਲਾਨ ਪ੍ਰੀਮੀਅਰ ਡਗ ਫੋਰਡ ਵੱਲੋਂ ਕੀਤਾ ਗਿਆ। ਓਨਟਾਰੀਓ ਦੇ ਵਿੱਚ ਹੁਣ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਰਹੀ ਹੈ, ਜਿਸ ਤੋਂ ਬਾਅਦ ਹੁਣ ਕੈਬਨਿਟ ਦੇ ਵਿੱਚ ਵੀ ਸ਼ਫਲਿੰਗ ਕੀਤੀ ਗਈ ਹੈ। ਇਸ ਕੈਬਨਿਟ ਦੇ ਵਿੱਚ ਪੰਜਾਬੀ MPP ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਦੀ ਜਾਣਕਾਰੀ ਪੂਰੀ ਲਿਸਟ ਦੇ ਵਿੱਚ ਸਾਂਝੀ ਕੀਤੀ ਜਾ ਚੁੱਕੀ ਹੈ। ਕੈਨੇਡਾ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਦੇ ਸਵਾਗਤ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਤੋਂ ਜੋ ਪਹਿਲਾ ਫੇਜ਼ ਹੈ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਸ ਪਹਿਲੇ ਫੇਜ਼ ਦੇ ਤਹਿਤ ਕੀ ਹੋਵੇਗਾ ਤੇ ਦੂਸਰਾ ਫੇਜ਼ ਕੀ ਹੋਵੇਗਾ, ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਜੁਲਾਈ ਮਹੀਨੇ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਦੇ ਲਈ ਵੈਕਸੀਨ ਸਰਟੀਫਿਕੇਸ਼ਨ ਜ਼ਰੂਰੀ ਹੋਵੇਗੀ। ਟਰੈਵਲ ਇੰਡਸਟਰੀ ਵੱਲੋਂ ਲਗਾਤਾਰ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇ ਤੇ ਸਰਕਾਰ ਵੱਲੋਂ ਅਗਲੇ ਮਹੀਨੇ ਇਸ ਸੰਬੰਧੀ ਯੋਜਨਾ ਲਿਆਂਦੀ ਜਾ ਰਹੀ ਹੈ, ਜਿੱਥੇ ਵੈਕਸੀਨ ਸਰਟੀਫਿਕੇਸ਼ਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅਗਲੇ ਮਹੀਨੇ ਹੋਵੇਗੀ। ਫੈਡਰਲ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਅਰਾਈਵ ਕੈਨ ਐਪ ਦੇ ਵਿੱਚ ਨਵਾਂ ਫੀਚਰ ਜੁਲਾਈ ਮਹੀਨੇ ਤੋਂ ਸ਼ੁਰੂ ਹੋਵੇਗਾ। ਇਸ ਐਪ ਦੇ ਰਾਹੀਂ ਯਾਤਰੀ ਆਪਣੀ ਫੋਟੋ ਜਾਂ ਫਿਰ ਵੈਕਸੀਨ ਡਾਕੂਮੈਂਟੇਸ਼ਨ ਦਾ ਸਨੈਪਸ਼ਾਟ ਅਪਲੋਡ ਕਰ ਸਕਦੇ ਨੇ। ਇਹ ਸਾਰੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਹੀ ਸਪਸ਼ਟ ਹੋਈ ਹੈ। ਇਸ ਐਪ ਨੂੰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਦੱਸਿਆ ਗਿਆ ਹੈ, ਜਿਸ ਦੇ ਵਿੱਚ ਪ੍ਰਾਈਵੇਸੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਫੁੱਲੀ ਵੈਕਸੀਨੇਟਡ ਕੈਨੇਡੀਅਨ ਅਤੇ PR ਕੈਨੇਡਾ ਦੇ ਵਿੱਚ ਦਾਖਲ ਹੋਣਗੇ, ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰਸ ਵੱਲੋਂ ਵੀ ਵੱਖ-ਵੱਖ ਮੁੱਦਿਆਂ ਦੇ ਉੱਪਰ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਵੱਲੋਂ ਰੀਓਪਨਿੰਗ ਸੰਬੰਧੀ ਡਿਸਕਸ਼ਨ ਕੀਤੀ ਗਈ ਹੈ। ਸੋਰਸਸ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੁਝ ਗਵਰਨਮੈਂਟ ਡਿਪਾਰਟਮੈਂਟ ਵੱਲੋਂ ਵੈਕਸੀਨ ਪ੍ਰੂਫ ਦੇ ਦੂਸਰੇ ਫੇਜ਼ ਦੇ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਕੈਨੇਡੀਅਨਸ ਵੱਲੋਂ ਆਪਣਾ ਵੈਕਸੀਨ ਸਟੇਟਸ ਡਿਜੀਟਲੀ ਵੈਰੀਫਾਈ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਫਾਈਜ਼ਰ, ਮੋਡਰਨਾ, ਐਸਟ੍ਰਾਜੈਨੇਕਾ ਅਤੇ ਜੌਨਸਨ ਟੀਕੇ ਦਾ ਪ੍ਰੂਫ ਹੀ ਮੰਨਿਆ ਜਾਵੇਗਾ। ਇਹ ਦੂਸਰੇ ਫੇਜ਼ ਦਾ ਵੈਕਸੀਨੇਸ਼ਨ ਸਰਟੀਫਿਕੇਟ ਪ੍ਰੋਜੈਕਟ ਪ੍ਰੋਵਿੰਸਸ ਅਤੇ ਟੈਰੀਟਰੀਜ਼ ਤੋਂ ਬਾਈ-ਇਨ ਦੇ ਜ਼ਰੀਏ ਡਿਪੈਂਡ ਕਰਦਾ ਹੈ। ਇਸ ਪ੍ਰੋਜੈਕਟ ਦੇ ਉੱਪਰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ, ਦ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਟਰਾਂਸਪੋਰਟ ਕੈਨੇਡਾ ਐਂਡ ਪਬਲਿਕ ਸੇਫਟੀ ਕੈਨੇਡਾ ਵੱਲੋਂ ਇਕੱਠਿਆਂ ਕੰਮ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਜਾਨ ਚਲੀ ਗਈ। ਇਸ ਪੰਜਾਬੀ ਟਰੱਕ ਡਰਾਈਵਰ ਦੀ ਪਹਿਚਾਣ ਮਹਿੰਦਰਪਾਲ ਸਿੰਘ ਸੇਖੋਂ ਦੇ ਤੌਰ ਦੇ ਉੱਪਰ ਦੱਸੀ ਗਈ। ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਕਲੋਨਾ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮਰਨ ਵਾਲੇ ਦੀ ਪਹਿਚਾਣ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਇਸ ਦਾ ਨਾਮ ਮਹਿੰਦਰਪਾਲ ਸਿੰਘ ਸੇਖੋਂ ਦੇ ਤੌਰ ਦੇ ਉੱਪਰ ਦੱਸਿਆ ਗਿਆ ਅਤੇ ਉਸ ਦੀ ਉਮਰ 38 ਸਾਲ ਦੇ ਕਰੀਬ। ਇਹ ਹਾਦਸਾ ਹਾਈਵੇ 97C ਤੇ ਲੂਨ ਲੇਕ ਦੇ ਨੇੜੇ ਵਾਪਰਿਆ। ਜਦੋਂ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਇਸ ਹਾਈਵੇ ਨੂੰ ਕੁਝ ਸਮੇਂ ਦੇ ਲਈ ਬੰਦ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਇਸ ਨੂੰ ਆਵਾਜਾਈ ਦੇ ਲਈ ਮੁੜ ਖੋਲ੍ਹ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਇੱਥੇ ਇੱਕ ਲੋਗਾਂ ਦੇ ਨਾਲ ਭਰਿਆ ਹੋਇਆ ਟਰੱਕ ਖਰਾਬ ਪਿਆ ਸੀ ਤੇ ਦੂਸਰਾ ਟਰੱਕ ਉਸ ਦੇ ਨਾਲ ਜਾ ਕੇ ਟਕਰਾ ਗਿਆ, ਜਿਸ ਕਾਰਨ ਇੱਕ ਟਰੱਕ ਦੇ ਵਿੱਚ ਅੱਗ ਲੱਗ ਗਈ। ਹੁਣ ਇਸ ਮਾਮਲੇ ਦੀ ਮੈਰਿਟ RCMP ਅਤੇ ਬ੍ਰਿਟਿਸ਼ ਕੋਲੰਬੀਆ ਕਾਰਨਰਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੈਰਿਟ RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ 2503784262 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਤੇ
ਤੇ ਜੇਕਰ ਕਿਸੇ ਕੋਲ ਕੋਈ ਡੈਸ਼ ਕੈਮ ਦੀ ਵੀਡੀਓ ਹੈ ਤਾਂ ਉਹ ਵੀ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਅਲਬਰਟਾ ਦੇ ਇੱਕ ਵਿਅਕਤੀ ਦੇ ਉੱਪਰ ਕੋਵਿਡ-19 ਵੈਕਸੀਨ ਦਾ ਬੁਰਾ ਪ੍ਰਭਾਵ ਪਿਆ ਹੈ। ਇਸ ਵਿਅਕਤੀ ਵੱਲੋਂ ਐਸਟ੍ਰਾਜੈਨੇਕਾ ਟੀਕਾ ਲਗਵਾਇਆ ਗਿਆ, ਜਿਸ ਤੋਂ ਬਾਅਦ ਹੁਣ ਉਸ ਨੂੰ ਹੈਲਥ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਵਿਅਕਤੀ ਦੀ ਮੰਗ ਹੈ ਕਿ ਉਸ ਨੂੰ ਕੰਪਨਸੇਸ਼ਨ ਦਿੱਤਾ ਜਾਵੇ। ਅਲਬਰਟਾ ਦੇ ਰਹਿਣ ਵਾਲੇ ਇੱਕ ਵਿਅਕਤੀ ਜਿਸ ਵੱਲੋਂ ਐਸਟ੍ਰਾਜੈਨੇਕਾ ਸ਼ਾਟ ਲਗਵਾਇਆ ਗਿਆ, ਉਸ ਵੱਲੋਂ ਸੀਰੀਅਸ ਹੈਲਥ ਇਸ਼ੂਜ਼ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਨ ਉਹ ਹੁਣ ਫੈਡਰਲ ਕੰਪਨਸੇਸ਼ਨ ਦੀ ਮੰਗ ਕਰ ਰਿਹਾ ਹੈ। ਇਸ ਅਲਬਰਟਾ ਦੇ ਰਹਿਣ ਵਾਲੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਵੱਲੋਂ ਕੋਵਿਡ-19 ਵੈਕਸੀਨ ਲਗਵਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਹੁਣ ਸਿਹਤ ਦੇ ਉੱਪਰ ਇਸ ਦਾ ਗਲਤ ਪ੍ਰਭਾਵ ਪੈ ਰਿਹਾ ਹੈ। ਇਹ ਵਿਅਕਤੀ ਦੀ ਮੰਗ ਹੈ ਕਿ ਫੈਡਰਲ ਪ੍ਰੋਗਰਾਮ ਜੋ ਕਿ ਅਜਿਹੇ ਵਿਅਕਤੀਆਂ ਨੂੰ ਸਪੋਰਟ ਦੇ ਲਈ ਲਿਆਂਦਾ ਗਿਆ ਹੈ, ਉਸ ਦੇ ਵਿੱਚੋਂ ਉਸ ਨੂੰ ਕੰਪਨਸੇਸ਼ਨ ਦਿੱਤੀ ਜਾਵੇ। ਇਸ ਵਿਅਕਤੀ ਦਾ ਨਾਮ ਮੁਰੀ ਹੈ ਤੇ ਇਸ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਲਗਵਾਇਆ ਗਿਆ। ਇਸ ਟੀਕਾ ਲਗਵਾਉਣ ਦੇ 2 ਹਫ਼ਤਿਆਂ ਤੋਂ ਬਾਅਦ ਉਸ ਦੀਆਂ ਉਂਗਲਾਂ ਕੰਬਣ ਲੱਗੀਆਂ ਅਤੇ ਉਸ ਦੇ ਪੈਰ ਸੁੰਨ ਹੋਣ ਲੱਗੇ। ਉਸ ਵੱਲੋਂ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਚੈੱਕਅਪ ਕਰਵਾਇਆ ਗਿਆ, ਪਰ ਉਸ ਨੂੰ ਘਰ ਭੇਜ ਦਿੱਤਾ ਗਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ। ਇਸ ਦਾ ਕਹਿਣਾ ਹੈ ਕਿ ਹੁਣ ਉਸ ਦੇ ਵਾਸਤੇ ਉਹ ਚੀਜ਼ਾਂ ਚੁੱਕਣੀਆਂ ਵੀ ਮੁਸ਼ਕਲ ਹਨ ਜੋ ਉਹ ਪਹਿਲਾਂ ਆਰਾਮ ਦੇ ਨਾਲ ਚੁੱਕ ਲੈਂਦਾ ਸੀ। ਜਦੋਂ ਉਸ ਵੱਲੋਂ ਫਿਰ ਤੋਂ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਇਆ ਗਿਆ ਤੇ ਡਾਕਟਰ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਐਸਟ੍ਰਾਜੈਨੇਕਾ ਟੀਕਾ ਲਗਵਾਇਆ ਹੈ, ਜਿਸ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਹੈ ਕਿ ਉਹ GBS ਦੇ ਨਾਲ ਡਾਇਗਨੋਸਡ ਹੈ। ਹੈਲਥ ਕੈਨੇਡਾ ਦੀ ਜਾਣਕਾਰੀ ਦੇ ਮੁਤਾਬਕ ਦੇਸ਼ ਦੇ ਵਿੱਚ ਜਿਹੜੇ ਕੋਵਿਡ-19 ਵੈਕਸੀਨ ਲਗਵਾ ਰਹੇ ਨੇ, ਉਹਨਾਂ ਵਿੱਚੋਂ ਅਜਿਹੇ 13 ਮਾਮਲੇ ਰਿਪੋਰਟ ਹੋਏ ਨੇ। ਇਸ ਦੇ ਵਿੱਚੋਂ 9 ਮਾਮਲੇ ਐਸਟ੍ਰਾਜੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਅਤੇ 4 ਫਾਈਜ਼ਰ ਵੈਕਸੀਨ ਲਗਵਾਉਣ ਤੋਂ ਬਾਅਦ ਸਾਹਮਣੇ ਆਏ। ਇਸ ਸਭ ਤੋਂ ਬਾਅਦ ਹੁਣ ਇਸ ਵਿਅਕਤੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਫੈਡਰਲ ਕੰਪਨਸੇਸ਼ਨ ਦਿੱਤੀ ਜਾਵੇ। ਕੈਨੇਡਾ ਤੋਂ ਇੱਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਗ੍ਰੇਡ 12 ਦੇ ਹਰ ਇੱਕ ਵਿਦਿਆਰਥੀ ਨੂੰ ਇੱਕ ਜੋੜੇ ਵੱਲੋਂ $500 ਦਾ ਦਾਨ ਦਿੱਤਾ ਗਿਆ ਹੈ। ਇਸ ਜੋੜੇ ਵੱਲੋਂ ਆਪਣੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮਿਸਟਰੀ ਕਪਲ ਵੱਲੋਂ ਇਹ ਹਰ ਇੱਕ ਵਿਅਕਤੀ ਨੂੰ ਗਿਫਟ ਦਿੱਤਾ ਗਿਆ, ਜਿਸ ਦੀ ਜਾਣਕਾਰੀ ਸਾਹਮਣੇ ਆਈ ਹੈ। ਸੈਂਟਰਲ ਓਕਨਾਗਨ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਗ੍ਰੇਡ 12 ਦੇ ਹਰ ਇੱਕ ਵਿਦਿਆਰਥੀ ਨੂੰ ਇੱਕ ਜੋੜੇ ਵੱਲੋਂ $500 ਦਾਨ ਕੀਤੇ ਗਏ ਨੇ। ਵਿਦਿਆਰਥੀਆਂ ਵੱਲੋਂ ਇਸ ਇਨਾਮ ਦੀ ਉਮੀਦ ਵੀ ਨਹੀਂ ਕੀਤੀ ਗਈ ਸੀ ਜੋ ਉਹਨਾਂ ਨੂੰ ਮਿਲਿਆ ਹੈ। ਸਕੂਲ ਡਿਸਟ੍ਰਿਕਟ 23 ਦੇ 12th ਗ੍ਰੇਡ ਦੇ ਹਰ ਇੱਕ ਵਿਦਿਆਰਥੀ ਨੂੰ $500 ਦਾ ਇਨਾਮ ਮਿਲਿਆ ਹੈ, ਜੋ ਕਿ ਉਹਨਾਂ ਨੂੰ ਇੱਕ ਮਿਸਟਰੀ ਕਪਲ ਵੱਲੋਂ ਦਿੱਤਾ ਗਿਆ। ਸਕੂਲ ਡਿਸਟ੍ਰਿਕਟ 23 ਦੇ ਨਾਲ ਜੁੜੇ ਹੋਏ ਰਿਆਨ ਵੱਲੋਂ ਇਸ ਸੰਬੰਧੀ ਕਿਹਾ ਗਿਆ ਕਿ ਇੱਕ ਚੈਲੰਜਿੰਗ ਸਾਲ ਦੇ ਵਿੱਚ ਅਜਿਹਾ ਤੋਹਫਾ ਬਹੁਤ ਵੱਡੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਡਿਸਟ੍ਰਿਕਟ ਦੇ ਵਿੱਚ 200 ਤੋਂ ਵੱਧ ਵਿਦਿਆਰਥੀ ਹਨ, ਜਿਸ ਦਾ ਮਤਲਬ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਕੁੱਲ $10 ਲੱਖ ਦਾ ਇਨਾਮ ਦਿੱਤਾ ਗਿਆ ਹੈ। ਇਹ ਡੋਨੇਸ਼ਨ ਇੱਕ ਮਿਸਟਰੀ ਕਪਲ ਵੱਲੋਂ ਦਿੱਤਾ ਗਿਆ, ਜਿਨ੍ਹਾਂ ਦਾ ਨਾਮ ਲੈਂਸ ਅਤੇ ਟੈਮੀ ਹੈ। ਦਾਨ ਦੇਣ ਵਾਲਿਆਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ। ਇਹਨਾਂ ਵਿਦਿਆਰਥੀਆਂ ਨੂੰ ਕਪਲ ਵੱਲੋਂ ਕੰਗ੍ਰੈਚੁਲੇਸ਼ਨਸ ਜਾਣੀ ਕਿ ਮੁਬਾਰਕਬਾਦ ਆਖੀ ਗਈ। ਇਸ ਜੋੜੇ ਵੱਲੋਂ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਇਹਨਾਂ ਵਿਦਿਆਰਥੀਆਂ ਵੱਲੋਂ 16 ਮਹੀਨਿਆਂ ਦੌਰਾਨ ਚੁਣੌਤੀਆਂ ਦਾ ਸਾਹਮਣਾ ਕੀਤਾ ਗਿਆ ਤੇ ਉਹ ਹੁਣ ਅੱਗੇ ਵਧੇ ਨੇ। ਲੈਂਸ ਅਤੇ ਟੈਮੀ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਭਵਿੱਖ ਦੇ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਨਾਮ ਤੋਂ ਇਲਾਵਾ ਜੋੜੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਇਹ ਇਨਾਮ ਜਾਣੀ ਕਿ ਡੋਨੇਸ਼ਨ ਦਿੱਤਾ ਗਿਆ ਹੈ। ਰਿਆਨ ਨੇ ਦੱਸਿਆ ਹੈ ਕਿ ਇਹ ਜੋੜਾ ਚਾਹੁੰਦਾ ਹੈ ਕਿ ਉਹਨਾਂ ਦੀ ਬਾਕੀ ਜਾਣਕਾਰੀ ਗੁਪਤ ਰੱਖੀ ਜਾਵੇ। ਸਕੂਲ ਡਿਸਟ੍ਰਿਕਟ ਵੱਲੋਂ ਹੁਣ ਰਜਿਸਟ੍ਰੇਸ਼ਨ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਰਾਹੀਂ ਬੱਚੇ ਆਪਣੇ $500 ਦੇ ਗਿਫਟ ਦੇ ਲਈ ਅਪਲਾਈ ਕਰ ਸਕਣਗੇ। ਇਸ ਨੂੰ ਅਪਲਾਈ ਕਰਨ ਦੇ ਲਈ ਆਖਰੀ ਤਾਰੀਖ ਜੂਨ 23 ਦੀ ਰੱਖੀ ਗਈ ਹੈ। ਡੈਡਲਾਈਨ ਤੋਂ ਬਾਅਦ ਅਪਲਾਈ ਕਰਨ ਦੇ ਵਾਸਤੇ ਫਾਰਮ ਇਹਨਾਂ ਵਿਦਿਆਰਥੀਆਂ ਨੂੰ ਨਹੀਂ ਮਿਲੇਗਾ। ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਇੱਕ ਪੋਲ ਕਰਵਾਇਆ ਗਿਆ, ਜਿਸ ਤੋਂ ਇਹ ਪਤਾ ਚੱਲਿਆ ਹੈ ਕਿ 20% ਕੈਨੇਡੀਅਨਸ ਅਜਿਹੇ ਨੇ ਜਿਹੜੇ ਕੋਵਿਡ-19 ਵੈਕਸੀਨ ਲੈਣ ਤੋਂ ਝਿਜਕ ਰਹੇ ਨੇ। ਨਾਲ ਹੀ ਪੋਲ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁਝ ਫੀਸਦੀ ਅਜਿਹੇ ਕੈਨੇਡੀਅਨਸ ਵੀ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਕੋਵਿਡ-19 ਵੈਕਸੀਨ ਨਹੀਂ ਲਗਵਾਉਣਗੇ। ਇੱਕ ਪੋਲ ਦੇ ਵਿੱਚ ਖੁਲਾਸਾ ਹੋਇਆ ਹੈ ਕਿ 20% ਅਜਿਹੇ ਕੈਨੇਡੀਅਨਸ ਨੇ ਜਿਹੜੇ ਕੋਵਿਡ-19 ਵੈਕਸੀਨ ਤੋਂ ਝਿਜਕ ਰਹੇ ਹਨ। ਇਸ ਪੋਲ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ 10 ਦੇ ਵਿੱਚੋਂ ਇੱਕ ਕੈਨੇਡੀਅਨ ਅਜਿਹਾ ਹੈ ਜਿਸ ਦਾ ਕਹਿਣਾ ਹੈ ਕਿ ਉਹ ਕੋਵਿਡ-19 ਵੈਕਸੀਨ ਨਹੀਂ ਲਗਵਾਏਗਾ। ਇਪਸੋਸ ਵੱਲੋਂ ਗਲੋਬਲ ਨਿਊਜ਼ ਦੇ ਵਾਸਤੇ ਇੱਕ ਸਰਵੇ ਕਰਵਾਇਆ ਗਿਆ। ਇਸ ਪੋਲ ਦੇ ਵਿੱਚ 90% ਦਾ ਕਹਿਣਾ ਸੀ ਕਿ ਉਹਨਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਤੋਂ ਬਾਅਦ ਬਿਹਤਰ ਮਹਿਸੂਸ ਹੋ ਰਿਹਾ ਹੈ। 9% ਦਾ ਕਹਿਣਾ ਹੈ ਕਿ ਉਹ ਕੋਵਿਡ-19 ਵੈਕਸੀਨ ਕਦੇ ਵੀ ਨਹੀਂ ਲਗਵਾਉਣਗੇ। ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਹੁਣ ਵੱਧ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਤੋਂ ਬਾਅਦ ਵਿਸ਼ਵ ਦੇ ਟੌਪ 5 ਦੇਸ਼ਾਂ ਦੇ ਵਿੱਚ ਕੈਨੇਡਾ ਦਾ ਨਾਮ ਸ਼ਾਮਿਲ ਹੋਇਆ ਹੈ।
ਕੋਵਿਡ-19 ਵੈਕਸੀਨ ਟਰੈਕਰ ਤੋਂ ਜਾਣਕਾਰੀ ਮਿਲੀ ਹੈ ਕਿ 75% ਅਜਿਹੇ ਕੈਨੇਡੀਅਨਸ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾ ਲਈ ਗਈ ਹੈ ਅਤੇ 18% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗ ਚੁੱਕੇ ਹਨ। ਫੈਡਰਲ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜੇਕਰ ਕੈਨੇਡੀਅਨਸ ਚਾਹੁੰਦੇ ਹਨ ਕਿ ਯਾਤਰਾ ਸੰਬੰਧੀ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇ ਤਾਂ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ ਅਤੇ 20% ਦੀ ਆਬਾਦੀ ਫੁੱਲੀ ਵੈਕਸੀਨੇਟਡ ਹੋਣੀ ਚਾਹੀਦੀ ਹੈ। ਜੋ ਪੋਲ ਕਰਵਾਇਆ ਗਿਆ ਉਸ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੇਲਸ ਦੇ ਮੁਕਾਬਲੇ ਔਰਤਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਤੋਂ ਵੱਧ ਝਿਜਕ ਹੈ। ਜਿਹੜੇ ਕਹਿੰਦੇ ਨੇ ਕਿ ਉਹ ਬਿਲਕੁਲ ਕੋਵਿਡ-19 ਵੈਕਸੀਨ ਨਹੀਂ ਲਗਵਾਉਣਗੇ ਉਸ ਦੇ ਵਿੱਚ 11% ਦੀ ਮੇਲ ਅਤੇ 6% ਦੀ ਔਰਤਾਂ ਹਨ। ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੈ ਉਹਨਾਂ ਵਿੱਚੋਂ 15% ਦੀ ਅਜਿਹੇ ਨੇ ਜਿਹੜੇ ਵੈਕਸੀਨ ਲਗਵਾਉਣ ਦੇ ਵਾਸਤੇ ਅਜੇ ਸ਼ੋਰ ਨਹੀਂ ਹਨ, ਜਦਕਿ 35 ਸਾਲ ਤੋਂ ਲੈ ਕੇ 54 ਸਾਲ ਵਾਲਿਆਂ ਦੇ ਲਈ ਇਹ ਅੰਕੜਾ 11% ਦਾ ਹੈ। ਵੈਕਸੀਨ ਦੇ ਵਾਸਤੇ ਉਤਸ਼ਾਹਿਤ ਕਰਨ ਦੇ ਲਈ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ। ਕਈ ਪ੍ਰੋਵਿੰਸਸ ਦੇ ਵੱਲੋਂ ਲਾਟਰੀ ਕੱਢਣ ਦਾ ਵੀ ਐਲਾਨ ਕੀਤਾ ਗਿਆ। ਮੈਨੀਟੋਬਾ ਵੱਲੋਂ $1 ਲੱਖ ਦੀ ਲਾਟਰੀ ਆਫਰ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜੁਲਾਈ ਮਹੀਨੇ ਤੱਕ ਕੈਨੇਡਾ ਨੂੰ 68 ਮਿਲੀਅਨ ਕੋਵਿਡ-19 ਵੈਕਸੀਨ ਮਿਲਣਗੇ। ਨਾਲ ਹੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਕੈਨੇਡਾ ਨੂੰ ਹੁਣ ਮੋਡਰਨਾ ਤੋਂ ਕਿੰਨੇ ਹੋਰ ਟੀਕੇ ਮਿਲਣ ਵਾਲੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ 68 ਮਿਲੀਅਨ ਕੋਵਿਡ ਡੋਜ਼ ਰਿਸੀਵ ਹੋਣਗੇ। ਇਸ ਦੇ ਨਾਲ ਜਿਹੜੇ ਕੈਨੇਡਾ ਦੇ ਵਿੱਚ ਸੈਕੰਡ ਡੋਜ਼ ਦੇ ਵਾਸਤੇ ਐਲੀਜੀਬਲ ਨੇ ਉਹਨਾਂ ਨੂੰ ਜਲਦ ਟੀਕਾ ਲੱਗੇਗਾ। ਕੈਨੇਡਾ ਨੂੰ ਮੋਡਰਨਾ ਟੀਕੇ ਦੀਆਂ ਵੀ ਵੱਧ ਡੋਜ਼ ਮਿਲਣ ਵਾਲੀਆਂ ਨੇ, ਜਿਸ ਦੀ ਜਾਣਕਾਰੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਸਾਂਝੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ US ਤੋਂ ਮੋਡਰਨਾ ਟੀਕੇ ਕੈਨੇਡਾ ਨੂੰ ਮਿਲਣ ਵਾਲੇ ਨੇ। ਇਸ ਵੈਕਸੀਨ ਦੀ ਸ਼ਿਪਮੈਂਟ ਦੇ ਬਾਰੇ ਵਿੱਚ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਸ ਵੇਲੇ ਦਿੱਤੀ ਗਈ ਜਦੋਂ ਉਨ੍ਹਾਂ ਵੱਲੋਂ ਇੰਟਰਨੈਸ਼ਨਲ ਟ੍ਰਿਪ ਤੋਂ ਵਾਪਸੀ ਬਾਅਦ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ G7 ਸਮਿਟ ਦੇ ਵਿੱਚ ਹਿੱਸਾ ਲੈਣ ਦੇ ਲਈ ਗਏ ਸਨ। ਵਾਪਸ ਆਉਣ ਤੇ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਹੁਣ ਉਨ੍ਹਾਂ ਵੱਲੋਂ ਸੈਲਫ ਆਈਸੋਲੇਸ਼ਨ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਕੁਆਰਟਰ ਦੇ ਦੌਰਾਨ ਕੈਨੇਡਾ ਨੂੰ ਮੋਡਰਨਾ ਦੀਆਂ 18 ਮਿਲੀਅਨ ਡੋਜ਼ ਮਿਲਣਗੀਆਂ। ਕੈਨੇਡਾ ਨੂੰ ਅਮਰੀਕਾ ਤੋਂ 1 ਮਿਲੀਅਨ ਸ਼ਾਟਸ ਮਿਲਣ ਵਾਲੇ ਨੇ, ਜੋ ਕਿ ਮੋਡਰਨਾ ਵੈਕਸੀਨ ਦੇ ਸ਼ਾਟ ਹਨ। ਫਾਈਜ਼ਰ ਵੈਕਸੀਨ ਵੱਲੋਂ ਲਗਾਤਾਰ ਆਪਣੀ ਡਿਲੀਵਰੀ ਕੈਨੇਡਾ ਨੂੰ ਭੇਜੀ ਜਾ ਰਹੀ ਹੈ। ਜੁਲਾਈ ਮਹੀਨੇ ਕੈਨੇਡਾ ਨੂੰ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਤੋਂ 9.1 ਮਿਲੀਅਨ ਸ਼ਾਟ ਮਿਲਣ ਵਾਲੇ ਨੇ। ਕੁੱਲ ਮਿਲਾ ਕੇ ਜੂਨ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ 50 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ ਮਿਲਣਗੇ ਅਤੇ ਜੁਲਾਈ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ 68 ਮਿਲੀਅਨ ਡੋਜ਼ ਮਿਲਣ ਵਾਲੇ ਨੇ, ਜਿਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਂਝੀ ਕੀਤੀ ਜਾ ਚੁੱਕੀ ਹੈ। ਆਈਹਿਟ ਵੱਲੋਂ ਇੱਕ ਲਾਪਤਾ ਪੰਜਾਬੀ ਜਿਸ ਦਾ ਨਾਮ ਪਰਮਿੰਦਰ ਪੌਲ ਰਾਏ ਹੈ, ਉਸ ਦੀ ਜਾਣਕਾਰੀ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਇਸ ਮਾਮਲੇ ਨੂੰ ਸ਼ੱਕੀ ਦੱਸਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈਹਿਟ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। ਇੱਕ ਪੰਜਾਬੀ ਦੇ ਲਾਪਤਾ ਹੋਣ ਤੋਂ ਬਾਅਦ ਆਈਹਿਟ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਆਈਹਿਟ ਵੱਲੋਂ ਇਸ ਸੰਬੰਧੀ ਜਾਣਕਾਰੀ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਸੀ। ਉਹਨਾਂ ਵੱਲੋਂ ਇਸ ਮਾਮਲੇ 'ਚ ਆਮ ਲੋਕਾਂ ਦੀ ਮਦਦ ਮੰਗੀ ਗਈ ਸੀ, ਪਰ ਅਜੇ ਤੱਕ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ। ਦਰਅਸਲ 33 ਸਾਲਾ ਪਰਮਿੰਦਰ ਪੌਲ ਰਾਏ ਦੇ ਲਾਪਤਾ ਹੋਣ ਦੀ ਪਰਿਵਾਰ ਵੱਲੋਂ 9 ਜੂਨ ਨੂੰ ਰਿਪੋਰਟ ਦਰਜ ਕਰਵਾਈ ਗਈ। ਇਸ ਦੀ ਜਾਣਕਾਰੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਬਰਨਵੀ RCMP ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ, ਪਰ ਸ਼ੱਕ ਕਾਰਨ ਮਾਮਲਾ ਆਈਹਿਟ ਦੇ ਕੋਲ ਪਹੁੰਚਾ ਦਿੱਤਾ ਗਿਆ। ਆਈਹਿਟ ਵੱਲੋਂ ਜੋ ਟਵਿੱਟਰ ਦੇ ਉੱਪਰ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਉਸ ਵਿੱਚ ਉਹਨਾਂ ਵੱਲੋਂ ਇਸ ਮਾਮਲੇ ਨੂੰ ਸ਼ੱਕੀ ਦੱਸਿਆ ਗਿਆ ਹੈ। ਰਾਏ ਨੂੰ ਆਖਰੀ ਵਾਰ ਜੂਨ 4 ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨੇੜੇ ਯੂਨੀਵਰਸਿਟੀ ਕ੍ਰਿਜ਼ਨ ਦੇ ਟਾਵਰ ਰੋਡ ਦੇ ਕੋਲ ਆਪਣੇ ਘਰ ਦੇ ਵਿੱਚ ਦੇਖਿਆ ਗਿਆ ਸੀ। ਰਾਏ ਦਾ ਕੱਦ 5 ਫੁੱਟ 10 ਇੰਚ ਦੱਸਿਆ ਗਿਆ ਹੈ ਅਤੇ ਭਾਰ 185 ਪਾਉਂਡ ਦੱਸਿਆ ਗਿਆ। ਆਈਹਿਟ ਵੱਲੋਂ ਉਸ ਦੀ ਤਸਵੀਰ ਵੀ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ ਤੇ ਇਸ ਮਾਮਲੇ ਦੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਜਾਣੀ ਕਿ ਰਾਏ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈਹਿਟ ਦੇ ਨਾਲ 1877551448 ਦੇ ਉੱਪਰ ਕਾਲ ਕਰਕੇ ਸਾਂਝੀ ਕੀਤੀ ਜਾ ਸਕਦੀ ਹੈ।
ਕੈਨੇਡੀਅਨ ਭੰਗੜਾ ਕੋਚ ਜਤਿੰਦਰ ਸਿੰਘ ਰੰਧਾਵਾ ਦਾ ਸਰੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੂਨ 19 ਨੂੰ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਉਹਨਾਂ ਦੀ ਅੰਤਿਮ ਵਿਦਾਇਗੀ ਦੇ ਵਿੱਚ ਹਿੱਸਾ ਲੈਣ ਲਈ ਆਉਣਗੇ ਉਹ ਕੋਰੋਨਾ ਵਾਇਰਸ ਦੀ ਹਦਾਇਤਾਂ ਦਾ ਪਾਲਣ ਕਰਨ। ਕੈਨੇਡੀਅਨ ਭੰਗੜਾ ਕੋਚ ਜਤਿੰਦਰ ਸਿੰਘ ਰੰਧਾਵਾ ਨੂੰ ਸ਼ਨੀਵਾਰ ਵਾਲੇ ਦਿਨ ਜਾਣੀ ਕਿ ਜੂਨ 19 ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਰੰਧਾਵਾ ਦਾ ਸੰਸਕਾਰ ਵਿਕਟਰੀ ਮੈਮੋਰੀਅਲ ਪਾਰਕ ਫਿਊਨਰਲ ਸੈਂਟਰ ਦੇ ਵਿੱਚ ਕੀਤਾ ਜਾਵੇਗਾ, ਜੋ ਕਿ 8:30 ਵਜੇ ਤੋਂ 10:30 ਵਜੇ ਦੇ ਵਿਚਕਾਰ ਹੋਵੇਗਾ। ਰੰਧਾਵਾ ਅਤੇ ਸ਼ਾਨੇ ਪੰਜਾਬ ਪਰਿਵਾਰ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਰੀ ਬ੍ਰਿਟਿਸ਼ ਕੋਲੰਬੀਆ ਦੇ 14831 28th ਐਵੀਨਿਊ ਦੇ ਵਿੱਚ ਪਹੁੰਚਣ। ਇਸ ਫਿਊਨਰਲ ਦਾ ਲਾਈਵ ਸਟ੍ਰੀਮ ਵੀ ਕੀਤਾ ਜਾਵੇਗਾ, ਜਿਸ ਦੀ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ। ਇੱਥੇ ਪਹੁੰਚਣ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਵਿਡ-19 ਵਾਇਰਸ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਭੰਗੜਾ ਕੋਚ ਜਤਿੰਦਰ ਸਿੰਘ ਰੰਧਾਵਾ ਦੀ ਮੌਤ ਦਿਲ ਦੀ ਧੜਕਣ ਬੰਦ ਹੋਣ ਦੇ ਕਾਰਨ ਹੋਈ ਸੀ। ਇਸ ਤੋਂ ਬਾਅਦ ਹੁਣ ਰੰਧਾਵਾ ਨੂੰ ਸ਼ਨੀਵਾਰ ਜੂਨ 19 ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ। ਇਸ ਖਬਰ 'ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਕਿ ਕੈਨੇਡਾ ਦੇ ਵਿੱਚ ਕੀ ਹੈ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ। ਓਨਟਾਰੀਓ ਤੋਂ ਕੋਰੋਨਾ ਵਾਇਰਸ ਦੇ ਨਵੇਂ 345 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਇੱਥੇ ਹੁਣ 20% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲੱਗ ਚੁੱਕੀਆਂ ਨੇ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 5,41,525 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਵਾਟਰਲੂ ਤੋਂ 85, ਟੋਰਾਂਟੋ ਤੋਂ 50, ਪੀਲ ਰੀਜਨ ਤੋਂ 50, ਹੈਮਿਲਟਨ ਤੋਂ 29, ਯਾਰਕ ਰੀਜਨ ਤੋਂ 22 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ 24 ਘੰਟਿਆਂ ਦੌਰਾਨ ਇੱਕ ਮੌਤ ਹੋਈ, ਜਿਸ ਤੋਂ ਬਾਅਦ ਮੌਤ ਦਾ ਕੁੱਲ ਅੰਕੜਾ 8,994 ਹੋ ਗਿਆ। ਓਨਟਾਰੀਓ ਦੇ ਵਿੱਚ 5,28,421 ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ 378 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 352 ਇੰਟੈਂਸਿਵ ਕੇਅਰ ਅਧੀਨ ਅਤੇ 221 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 127 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 2 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ 3,73,658 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 11,180 ਮੌਤਾਂ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 175 ਮਰੀਜ਼ਾਂ ਦੀ ਗਿਣਤੀ ਹੈ ਅਤੇ 29 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 79% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ 17% ਨੂੰ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲੱਗ ਚੁੱਕੀਆਂ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 26,019 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.7 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਮੈਨੀਟੋਬਾ ਵੱਲੋਂ ਆਪਣੀ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ ਜੂਨ 17 ਨੂੰ ਕੱਢਿਆ ਗਿਆ, ਜਿਸ ਦੇ ਵਿੱਚ 141 PNP ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਜਾਣਕਾਰੀ ਦੇ ਮੁਤਾਬਕ ਹੁਣ ਤੱਕ ਮੈਨੀਟੋਬਾ ਵੱਲੋਂ 3000 ਤੋਂ ਵੱਧ 2021 ਦੌਰਾਨ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 141 PNP ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਇਹ ਡਰਾਅ ਜੂਨ 17 ਨੂੰ ਕੱਢਿਆ ਗਿਆ, ਜਿਸ ਦੇ ਵਿੱਚ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਵਾਸਤੇ ਇਨਵੀਟੇਸ਼ਨ ਦਿੱਤੇ ਗਏ ਨੇ। ਉਮੀਦਵਾਰਾਂ ਨੂੰ ਇਨਵੀਟੇਸ਼ਨ ਪ੍ਰਾਪਤ ਕਰਨ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਦੀ ਮੈਨੀਟੋਬਾ ਦੇ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਵਿੱਚ ਪ੍ਰੋਫਾਈਲ ਹੋਵੇ। ਸਕਿਲਡ ਵਰਕਰਸ ਇਨ ਮੈਨੀਟੋਬਾ ਕੈਟੇਗਰੀ ਦੇ ਵਿੱਚ 95 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਘੱਟੋ-ਘੱਟ 430 EOI ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀਜ਼ ਕੈਟੇਗਰੀ ਦੇ ਵਿੱਚ 24 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਅਧੀਨ 703 EOI ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਵਿੱਚ 22 ਸੱਦੇ ਜਾਰੀ ਕੀਤੇ ਗਏ ਤੇ ਇਸ ਵਾਸਤੇ ਕੋਈ ਵੀ EOI ਸਕੋਰ ਰਿਕੁਆਇਰਮੈਂਟ ਨਹੀਂ ਸੀ। ਬਾਕੀ 10 ਇਨਵੀਟੇਸ਼ਨ, ਜਿਨ੍ਹਾਂ ਨੂੰ ਲੈਟਰਸ ਆਫ ਐਡਵਾਈਸ ਟੂ ਅਪਲਾਈ ਵੀ ਕਿਹਾ ਜਾਂਦਾ ਹੈ, ਉਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ। ਜਾਣਕਾਰੀ ਦੇ ਮੁਤਾਬਕ ਹੁਣ ਤੱਕ ਜਾਣੀ ਕਿ 2021 ਦੇ ਦੌਰਾਨ ਮੈਨੀਟੋਬਾ ਵੱਲੋਂ 3,705 ਸੱਦੇ ਜਾਰੀ ਕੀਤੇ ਜਾ ਚੁੱਕੇ ਹਨ, ਜੋ ਕਿ PNP ਉਮੀਦਵਾਰਾਂ ਨੂੰ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋਇਆ ਹੈ ਤੇ ਇਸ ਦੇ ਵਿੱਚ ਪਾਇਲਟ ਜ਼ਖਮੀ ਪਾਇਆ ਗਿਆ। ਇਸ ਪਾਇਲਟ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਫਿਲਹਾਲ ਮਾਉਂਟੀਜ਼ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰੈਂਡ ਫੋਕਸ ਆਰਚਰ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਪਲੇਨ ਕ੍ਰੈਸ਼ ਹੋਇਆ ਹੈ। ਇਸ ਹਾਦਸੇ ਦੇ ਵਿੱਚ ਪਾਇਲਟ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਿਟੀ 에ਅਰਪੋਰਟ ਤੇ ਇੱਕ ਕ੍ਰੈਸ਼ ਹੋਇਆ ਪਲੇਨ ਲੈਂਡ ਹੋਇਆ। ਮਾਉਂਟੀਜ਼ ਦਾ ਕਹਿਣਾ ਹੈ ਕਿ ਪਾਇਲਟ ਦੀ ਉਮਰ 60 ਦੇ ਕਰੀਬ ਹੈ, ਜਿਸ ਦਾ ਇਸ ਪਲੇਨ ਤੋਂ ਕੰਟਰੋਲ ਖੋ ਗਿਆ।
ਜਦੋਂ ਇਹ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਹੇਠਾਂ ਆ ਰਿਹਾ ਸੀ ਤਾਂ ਰਸਤੇ ਦੇ ਉੱਪਰ ਜੋ ਮੋਟਰਿਸਟ ਜਾ ਰਿਹਾ ਸੀ ਉਸ ਨੂੰ ਫਲੈਗ ਦਿਖਾਇਆ ਗਿਆ ਅਤੇ ਉਸ ਵੱਲੋਂ 911 ਦੇ ਉੱਪਰ ਕਾਲ ਕੀਤੀ ਗਈ। ਫਿਲਹਾਲ ਪਾਇਲਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਉਸ ਨੂੰ ਇਸ ਹਾਦਸੇ ਦੇ ਵਿੱਚ ਸੱਟਾਂ ਆਈਆਂ ਨੇ। ਮਾਊਂਟੇਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਟਰਾਂਸਪੋਰਟ ਕੈਨੇਡਾ ਵੱਲੋਂ ਅਜੇ ਜਾਂਚ ਕੀਤੀ ਜਾਣੀ ਬਾਕੀ ਹੈ। ਮਾਊਂਟੇਸ ਵੱਲੋਂ ਇਸ ਹਾਦਸੇ ਦਾ ਕਾਰਨ ਸਾਂਝਾ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ ਇਸ ਹਾਦਸੇ ਦਾ ਕਾਰਨ ਕ੍ਰਿਟੀਕਲ ਇੰਜਨ ਫੇਲਿਅਰ ਹੈ। ਫਿਲਹਾਲ ਪਾਇਲਟ ਦਾ ਨਾਮ ਸਾਂਝਾ ਨਹੀਂ ਕੀਤਾ ਗਿਆ, ਪਰ ਉਸ ਦੀ ਉਮਰ 60 ਸਾਲ ਦੇ ਕਰੀਬ ਦੱਸੀ ਗਈ ਹੈ। ਜਿੱਥੇ ਹਾਦਸਾ ਵਾਪਰਿਆ ਉੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਅਜੇ ਟਰਾਂਸਪੋਰਟ ਕੈਨੇਡਾ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਣੀ ਬਾਕੀ ਹੈ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਹੀਂ ਖੁੱਲੇਗਾ ਕੈਨੇਡਾ ਅਮਰੀਕਾ ਬਾਰਡਰ, ਜੁਲਾਈ 21 ਤੱਕ ਰਹੇਗਾ ਬੰਦ। ਹਰਜੀਤ ਸੱਜਣ ਦੇ ਹੱਕ ਦੇ ਵਿੱਚ ਆਏ ਟਰੂਡੋ, ਸੱਜਣ ਦੇ ਪੱਖ ਦੇ ਵਿੱਚ ਦਿੱਤਾ ਟਰੂਡੋ ਨੇ ਬਿਆਨ। ਓਨਟਾਰੀਓ ਕੈਬਨਿਟ ਦੇ ਵਿੱਚ ਫੇਰ-ਬਦਲ, ਕੈਬਨਿਟ ਦੇ ਵਿੱਚ 3 ਪੰਜਾਬੀ ਸ਼ਾਮਿਲ। ਜਾਣੋ ਜੁਲਾਈ ਮਹੀਨੇ ਕਿਵੇਂ ਕੀਤੀ ਜਾਵੇਗੀ ਯਾਤਰਾ, ਪਾਬੰਦੀਆਂ ਦੇ ਵਿੱਚ ਰਾਹਤ ਦੀ ਯੋਜਨਾ ਆਈ ਸਾਹਮਣੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ ਸੜਕ ਹਾਦਸਾ, ਪੰਜਾਬੀ ਟਰੱਕ ਡਰਾਈਵਰ ਦੀ ਮੌਤ। ਅਲਬਰਟਾ ਦੇ ਵਿਅਕਤੀ ਤੇ ਟੀਕੇ ਦਾ ਬੁਰਾ ਪ੍ਰਭਾਵ, ਹੁਣ ਇਸ ਵੱਲੋਂ ਕੀਤੀ ਜਾ ਰਹੀ ਮੁਆਵਜ਼ੇ ਦੀ ਮੰਗ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।